जो कांग्रेस की धक्केशाही है उस दे खिलाफ उस तो भी वध नहीं अगे 100 आना सी हुण 200 आ रहा जी, क्योंकि सरकार लोगों को दबाउंदा जिन्ना दबाऊगी उन्नी लोग अगे आउंदे है जी। सारे वर्कर अकाली दल के नाल है, पंजाब के लोग नाल है। मैं समझदा पंजाब के जिन्ने हिंदू ये समझ गए है भी कांग्रेस पार्टी ने जो अज तो 20-25 साल पहला पंजाब के हालात खराब करने वास्ते गर्म ख्यालियों अगे लिया सी, वही हालात हुण फिर पैदा किए जा रहे हैं। इस करके सारे पंजाब के हिंदू व्यापारी जड़ के अकाली दल के नाल है। कोल खो रैली सी उस नूं अज असीं जबर दे विच बदलिया। बादल साहब ने फरीदकोट वालिओ तुसीं सारे रिकॉर्ड मात कर दिते। सुखबीर इन्हां नूं गोल्ड मैडल देना चाहिए। जित जी हुई है ये लोक राज की हुई है, डेमोक्रेसी की हुई है, ते हार जी है और डिक्टेटरशिप ते रजवाड़ाशाही की हार हुई है। मैं आज खड़ा होकर दखन लग्या कि जे मेरी शहादत नाल सुखबीर की शहादत नाल पंजाब विच अमन शांति रह सकती, असीं तैयार हां। मैं क्या रैली बंद करूंगा ही अकाली दल उत्थे ही ते साडियां कुर्सियां लगियां रहणगियां भावें हफ्ता लगे 10 दिन। हुण ऐ जा तूफान अज तक कट दे बाद तूफान चलूगा। अज इतिहासिक रैली है। ते जिन्नी झाड़ हाई कोर्ट ने कैप्टन नूं पाई है, मैं कहना आ ਜਿਹੜੇ ਨੇ ਅਫਸਰਾਂ ਨੂੰ ਅਸਤੀਫਾ ਹੀ ਦੇ ਦੇਣਾ ਚਾਹੀਦਾ। ਜੈ ਜੀ ਝਾੜ ਪਈ ਹੈ। ਤੇ ਮੈਂ ਅਖੀਰ ਵਿੱਚ ਸਾਰੀ ਸੰਗਤਾਂ ਦਾ ਖਾਸ ਕਰਕੇ ਜਿਹੜੇ ਤੇ ਧੁੱਪੇ ਖੜੇ ਆ ਇਧਰਲੇ ਪਾਸੇ ਤੇ ਉਧਰਲੇ ਪਾਸੇ, ਤੇ ਖਾਸ ਕਰਕੇ ਜਿਹੜੇ ਉੱਥੇ ਸੰਗਤਾਂ ਬੈਠੀਆਂ ਬਾਹਰ ਬੈਠੀਆਂ, ਮੈਨੂੰ ਸਿਰ ਝੁਕਾ ਕੇ ਤੁਹਾਡਾ ਧੰਨਵਾਦ ਕਰਦਾ ਹਾਂ। स्टेज ते विराजमान पंजाब दे 5 वार रहे मुख्यमंत्री साहब प्रकाश सिंह जी बादल साहिब, श्रोमणी अकाली दल बीजेपी दी समूची लीडरशिप, श्रोमणी अकाली दल दे बहादुर सूरमियों, गज के फतेह बुलाओ। वाहिगुरू जी का खालसा, वाहिगुरू जी की फतेह। मेरा सिर झकदा थोड़े चरनां ते। तुसी 1.5 दिन की नोटिस विच जिन्नी वड्डी तादाद में तुसी पहुंचे हो, कांग्रेसियां दे गोडे लवा दे। कांग्रेस ने बड़ी कोशिश की थी, मुख्यमंत्री ने, क्योंकि इन्हां दे जिहड़े एजेंट है, इन्हां दे जिहड़े झोली चुक है, दादूवाल वर्गे फ्रॉड, उन्होंने देखा कि लोगों ने उन्होंने ड्रामे नूं पछाण लिया। ते भोर में जो रैली हुई उथों दा कट इन्ना जबरदस्त सी कि इन्हां दे पैरों थल्लों जमीन निकल गई। इन्हां नूं
ਲੱਗਿਆ ਕਿ ਫਰੀਦਕੋਟ ਵਿੱਚ ਜਿਹੜਾ ਇੰਤਜ਼ਾਮ ਕੀਤਾ ਜਾ ਰਿਹਾ ਹੈ, ਅਬੋਹਰ ਦੀ ਰੈਲੀ ਨਾਲੋਂ ਦੁੱਗਣਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਜੇ ਏਡਾ ਵੱਡਾ ਇਕੱਠ ਹੋ ਗਿਆ ਤੇ ਸਾਡੀ ਤਾਂ ਇੱਥੇ ਬਰਗਾੜੀ ਦੁਕਾਨ ਹੀ ਬੰਦ ਹੋ ਜਾਣੀ ਹੈ। ਸੋਨਹਾਰ ਅੱਜ ਮੈਨੂੰ ਦੱਸ ਰਿਹਾ ਸੀ ਹੁਣੀ ਕਿ ਦਾਦੂਵਾਲ ਤੇ ਮੰਡ ਟੀਵੀ ਲਈ ਬੈਠੇ ਆ, ਦੇਖਦੇ ਆ ਕਿਵੇਂ ਭਾਸ਼ਣ ਹੋ ਰਹੇ ਆ, ਤੇ ਕੈਪਟਨ ਨੇ ਵੀ ਆਪਣੀ ਦਫ਼ਤਰ ਟੀਵੀ ਲਾ ਲਈ, ਦੇਖ ਰਹੇ ਆ, ਸੁਣ ਰਹੇ ਆ। ਮੈਂ ਟੀਵੀ ਵਾਲਿਆਂ ਨੂੰ ਕਹਿਣਾ ਚਾਹੁੰਦਾ, ਪਿੱਛੇ ਮਾਰੋ ਕੈਮਰਾ, ਇੱਧਰ ਮਾਰੋ ਧੁੱਪੇ ਕੈਮਰਾ। ਉਹ ਥੱਲੇ ਸਬਜ਼ੀ ਮੰਡੀ ਦੇ ਥੱਲੇ ਦੇਖੋ ਕਿਵੇਂ ਹਜ਼ਾਰਾਂ ਦੀ ਗਿਣਤੀ ਲੋਕ ਕਿੱਥੇ ਪਏ ਆ। ਲੋਕਾਂ ਵਿੱਚ ਗੁੱਸਾ, ਲੋਕਾਂ ਵਿੱਚ ਗੁੱਸਾ, ਲੋਕਾਂ ਵਿੱਚ ਗੁੱਸਾ ਇਸ ਕਾਂਗਰਸੀ ਲੁਟੇਰਿਆਂ ਦੇ ਤੇ ਉਹਨਾਂ ਦੇ ਜਿਹੜੇ ਝੋਲੀ ਚੁੱਕਾ ਉਹਨਾਂ ਦੇ ਖਿਲਾਫ। ਅੱਜ ਦੇਖ ਲਓ ਇੰਨੀ ਧੁੱਪ ਹੈ, ਆਪ ਮੇਰੇ ਵੀਰ ਬਾਹਰ ਖੜੇ ਆ, ਧੁੱਪ 'ਚ ਖੜੇ ਤੇ ਨਾਲ ਡਟੇ ਬੈਠੇ ਆ। 3 ਘੰਟੇ ਹੋ ਗਏ ਆ, ਬਾਹਰ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਬੈਠੀਆਂ ਤੁਰ ਰਹੀਆਂ, ਤੇ ਮੈਨੂੰ ਹੁਣੀ ਖਬਰ ਆਈ ਹੈ ਕਿ ਘੱਟ ਤੋਂ ਘੱਟ 10 ਕਿਲੋਮੀਟਰ ਦਾ ਜਾਮ ਇਹਨਾਂ ਨੇ ਲਾ ਲਿਆ ਬਾਹਰ। ਹੁਣ ਪੁਲਿਸ ਵਾਲਿਆਂ ਨੇ ਜਾਣ ਕੇ ਆ ਜਿਹੜਾ ਫਰੀਦਕੋਟ ਦਾ ਪੁਲ ਨਹਿਰਾਂ ਦਾ, ਕੋਟਪੂਰੇ ਫਰੀਦਕੋਟ ਵਾਲਾ, ਉੱਥੇ ਇਹਨਾਂ ਨੇ ਜਾਮ ਲਾ ਲਿਆ। ਆਪਣੀਆਂ ਘੱਟ ਤੋਂ ਘੱਟ 500 ਬੱਸ ਉੱਥੇ ਖੜੀ ਹੈ। ਇੱਧਰ ਜੀਰੇ ਕੋਲੇ ਜਾਮ ਜਾਣ ਕੇ ਲਾ ਲਿਆ ਕਿ ਇੱਥੇ ਲੋਕੀ ਨਾ ਪਹੁੰਚਣ। ਮੈਂ ਪੁਲਿਸ ਵਾਲਿਆਂ ਨੂੰ ਦੱਸਣਾ ਚਾਹੁੰਦਾ, ਜਨਤਾ ਦੇ ਤੂਫਾਨ ਸਾਹਮਣੇ ਪੁਲਿਸ ਕੁਛ ਨਹੀਂ ਕਰ ਸਕਦੀ। ਮੈਂ ਪੁਲਿਸ ਵਾਲੇ ਅਫਸਰਾਂ ਨੂੰ ਦੱਸਣਾ ਚਾਹੁੰਦਾ, ਸਰਕਾਰ ਬਣਾਉਣ ਵਾਲੇ ਆ ਬੈਠੀ ਆ, ਸੰਗਤ ਬੈਠੀ ਹੈ। ਆ ਜਿਹੜੇ ਹੁਣ ਝੰਡੀ ਲਾਏ ਬੈਠੇ ਆ, ਉਹਨਾਂ ਦੀ ਝੰਡੀ ਲਾਉਣ ਵਾਲੀ ਵੀ ਜਨਤਾ ਬੈਠੀ ਹੈ ਇੱਥੇ। ਸਾਨੂੰ ਕਹਿੰਦੇ ਸੀ, ਆ ਜਾਖੜ ਕਹਿੰਦਾ ਸੀ ਕਿ ਪਿੰਡਾਂ 'ਚ ਨਹੀਂ ਵੰਡਦੇ ਨੇ। ਤੁਸੀਂ ਕੱਲ ਦਾ ਅਖਬਾਰ ਪੜਿਆ? ਆ ਜੈਤੋ ਹਲਕੇ 'ਚ ਨਾ ਕਾਂਗਰਸੀ ਐਮਐਲਏ ਨੂੰ ਵੰਡ ਨਹੀਂ ਦਿੰਦੇ ਪਿੰਡਾਂ 'ਚ। ਕਾਂਗਰਸੀ ਪਿੰਡਾਂ 'ਚ ਵੰਡ ਨਹੀਂ ਰਹੇ, ਡਰ ਰਹੇ ਹੈ। ਆਈ ਕਾਰਨ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਇਲੈਕਸ਼ਨਾਂ ਸਾਡੇ ਕੌਮੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਹੈ। ਰੱਦ ਕਰ ਲਓਗੇ ਫਿਰ ਕੀ ਹੋਊਗਾ? ਜਿਹੜਾ ਤੂਫਾਨ ਅੱਜ ਦੇਖ ਲਓ, ਜਿੰਨਾ ਇਕੱਠ ਹੈ, ਇਸ ਇਕੱਠ ਦੀ ਸੀਆਈਡੀ ਨੇ ਜੋ ਖਬਰ ਦਿੱਤੀ ਹੈ, ਇਹਨਾਂ ਦੀਆਂ ਖੂਨ ਸੁੱਕ ਜਾਣਾ, ਪੈਰਾਂ ਚਲੋ ਜ਼ਮੀਨ ਹਿੱਲ ਜਾਣੀ ਹੈ। ਅੱਜ ਮਾਹੌਲ ਕੀ ਬਣਾਉਣਾ ਚਾਹੁੰਦੀ ਹੈ ਕਾਂਗਰਸ? ਬਾਦਲ ਸਾਹਿਬ ਮੇਰੇ ਪਿਤਾ, ਤੁਹਾਡੇ ਬਜ਼ੁਰਗ 5 ਵਾਰ ਮੁੱਖ ਮੰਤਰੀ ਰਹੇ। ਉਹਨਾਂ ਦਾ ਇੱਕੋ ਇੱਕ ਨਿਸ਼ਾਨਾ ਸੀ, ਅਮਨ ਸ਼ਾਂਤੀ ਭਾਈਚਾਰਕ ਸਾਂਝ, ਗਰੀਬਾਂ ਨੂੰ ਸਹੂਲਤ ਦੇਣੀ, ਕਿਸਾਨਾਂ ਨੂੰ ਸਹੂਲਤ ਦੇਣੀ, ਤੁਹਾਡੀਆਂ ਹਰ ਮੁਸ਼ਕਲਾਂ ਦੂਰ ਕਰਨੀਆਂ, ਸਾਰੇ ਧਰਮਾਂ ਦਾ ਸਤਿਕਾਰ ਕਰਨਾ। ਤੇ ਅੱਜ ਦੀ ਕਾਂਗਰਸ ਸਰਕਾਰ ਦਾ ਕੀ ਨਿਸ਼ਾਨਾ ਹੈ? ਕੈਪਟਨ ਦਾ ਕੀ ਨਿਸ਼ਾਨਾ ਹੈ? ਕਿਵੇਂ ਨਾ ਕਿਵੇਂ ਸਿੱਖ ਕੌਮ ਨੂੰ ਵੰਡ ਕੇ ਸ਼੍ਰੋਮਣੀ ਅਕਾਲੀ ਦਲ ਦੀ ਤਾਕਤ ਘਟਾਈ ਜਾਏ। ਯਾਦ ਕਰੋ 30-40 ਸਾਲ ਪਹਿਲੇ ਗਿਆਨੀ ਜ਼ੈਲ ਸਿੰਘ ਨੇ ਵੀ ਆਈ ਕੀਤਾ ਸੀ। ਉਦੋਂ ਆਪਣੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕੀਤੀ। ਉਹ ਤਾਕਤਾਂ ਨੂੰ ਤਾਕਤ ਦਿੱਤੀ ਜਿਨ੍ਹਾਂ ਨੇ ਪੰਜਾਬ ਵਿੱਚ ਅੱਗ ਲਾਈ। ਉਹ ਅੱਗ 15-20 ਸਾਲ ਨਹੀਂ ਬੁਝ ਸਕੀ। ਯਾਦ ਕਰੋ ਦਿਨ ਜਦੋਂ ਤੁਸੀਂ ਰਾਤੋਂ ਰਾਤ ਨਿਕਲ ਨਹੀਂ ਸਕਦੇ ਸੀ ਘਰਾਂ ਚੋਂ। 6-6 ਵਜੇ ਸ਼ਾਮ ਨੂੰ ਦਰਵਾਜ਼ੇ ਬੰਦ ਹੋ ਜਾਂਦੇ ਸੀ। ਕੋਟਕਪੂਰੇ ਤੋਂ ਜੈਤੋ ਨਹੀਂ ਜਾ ਸਕਦੇ ਸੀ, ਫਰੀਦਕੋਟ ਤੋਂ ਕੋਟਕਪੂਰਾ ਨਹੀਂ ਜਾ ਸਕਦੇ ਸੀ। ਉਦੋਂ ਤੁਹਾਨੂੰ ਪਤਾ ਨਹੀਂ ਸੀ ਕਿ ਜੇ ਸਾਡਾ ਬਜ਼ੁਰਗ ਜਾਂ ਮਾਂ ਜਾਂ ਬੇਟੀ ਕਿਤੇ ਬਾਹਰ ਗਈ ਹੈ, ਘਰੇ ਸ਼ਾਮ ਨੂੰ ਆਊਗੀ ਕਿ ਨਹੀਂ ਆਊਗੀ। ਉਹ ਹਾਲਾਤ ਬਣਾਉਣ ਵਾਲਾ ਕੌਣ ਸੀ? ਉਹ ਕਾਂਗਰਸ ਸੀ। ਤੇ ਅੱਜ ਕੈਪਟਨ ਅਮਰਿੰਦਰ ਸਿੰਘ ਉਹੀ ਚਾਲਾਂ ਤੇ ਹੁਣ ਫਿਰ ਤੋਂ ਲੱਗ ਗਿਆ।
ਉਹ ਜਿਹੜੇ ਲੋਕ ਬਿਠਾਏ ਆ ਉਹਨਾਂ ਦੇ ਮਨ 'ਚ ਕੋਈ ਸਿੱਖੀ ਦਾ ਪਿਆਰ ਨਹੀਂ, ਉਹ ਤਾਂ ਪੈਸੇ ਕਮਾਉਣ ਵਾਸਤੇ ਬੈਠੇ ਆ। ਕਾਂਗਰਸ ਦੀ ਕਠਪੁਤਲੀ ਹੈ, ਨਿਸ਼ਾਨਾ ਇੱਕੋ ਇੱਕ ਹੈ, ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਦੇ ਖਿਲਾਫ ਹਮਲਾ, ਤੁਹਾਡੇ ਬਜ਼ੁਰਗ ਦੇ ਖਿਲਾਫ ਹਮਲਾ। ਉੱਥੇ ਬਹਿ ਕੇ ਕਰਦੇ ਕੀ ਹੈ? ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਕਰਕੇ ਅਸੀਂ ਉੱਥੇ ਬੈਠੇ ਹਾਂ, ਤੇ ਉੱਥੇ ਦੱਸੋ ਜਲੇਬੀਆਂ ਦਾ ਲੰਗਰ ਕਿਉਂ ਚਲਾਉਣੇ ਆ? ਫਿਰ ਉੱਥੇ ਖੀਰ ਕਿਉਂ ਖਵਾਉਣੇ ਹੋ? ਆ ਕੋਈ ਖੁਸ਼ੀ ਕਰਕੇ ਬੈਠੇ ਹੋ ਕਿ ਉਦਾਸ ਕਰਕੇ ਬੈਠੇ ਹੋ ਜਿੱਥੇ ਜਲੇਬੀਆਂ ਦਾ ਜੰਗਲ ਚੱਲਦਾ ਹੈ? ਆ ਬੈਠੇ ਕੌਣ ਹੈ? ਆ ਦੋ ਇਹਨਾਂ ਦੀ ਕਠਪੁਤਲੀਆਂ, ਆ ਦੋ ਮਸੰਦ ਕਾਂਗਰਸ ਦੇ, ਦਾਦੂਵਾਲ ਤੇ ਮੰਡ ਵਰਗੇ। ਮੈਂ ਪੁੱਛਣਾ ਚਾਹਣਾ, ਦਾਦੂਵਾਲ ਨੂੰ 16 ਕਰੋੜ ਰੁਪਇਆ ਤੇਰੇ ਖਜ਼ਾਨੇ ਚੋਂ, ਤੇਰੇ ਜਿਹੜੇ ਅਕਾਊਂਟ ਆ, ਬੈਂਕ ਅਕਾਊਂਟ ਮੈਂ ਸਾਰੇ ਦਿੱਤੇ ਆ। ਆ ਬਠਿੰਡੇ ਦਾ ਬੈਂਕ HDFC ਹੈ, ਉਹਦੇ 5 ਖਾਤੇ 6 ਖਾਤੇ ਖੋਲੇ ਆ, ਇੱਕ ਐਕਸਿਸ ਬੈਂਕ ਦਾ ਖਾਤਾ ਹੈ। 16 ਕਰੋੜ ਰੁਪਇਆ ਦਾਦੂਵਾਲ ਨੂੰ ਆਇਆ, 16 ਕਰੋੜ ਰੁਪਇਆ। ਪਿਛਲੇ 6 ਮਹੀਨਿਆਂ ਦੇ ਅੰਦਰ 1.5 ਕਰੋੜ ਦਾਦੂਵਾਲ ਨੂੰ ਆਇਆ। ਦਾਦੂਵਾਲ ਨੂੰ ਪੁੱਛੋ ਤੇਰਾ ਕਿਹੜਾ ਕਾਰਖਾਨਾ ਲੱਗਿਆ, ਕਿਹੜੀ ਤੇਰੀ 500 ਕਿੱਲੇ ਜ਼ਮੀਨ ਹੈ? ਮੈਂ ਦਾਦੂਵਾਲ ਨੂੰ ਪੁੱਛਣਾ ਚਾਹਣਾ, ਆ ਜਿਹੜਾ ਪੈਸਾ ਆਇਆ ਸੰਗਤ ਨੇ ਤੈਨੂੰ ਭੇਜਿਆ, ISI ਨੇ ਭੇਜਿਆ, ਉਹ ਸ਼ਕਤੀਆਂ ਨੇ ਭੇਜਿਆ ਜਿਹੜੀਆਂ ਦੇਸ਼ ਤੋਂ ਤੋੜਨਾ, ਆਪਣੇ ਪੰਜਾਬ ਨੂੰ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੀਆਂ, ਉਹਨਾਂ ਦੇ ਪੈਸੇ 'ਚ ਤੁਸੀਂ ਦੇਖਿਆ ਗੱਡੀ ਕਿਹੜੀ ਚਲਾਉਂਦਾ ਦਾਦੂਵਾਲ? 1.5 ਕਰੋੜ ਦੀ ਲੈਕਸਸ ਚਲਾਉਂਦਾ, 1.5 ਕਰੋੜ ਦੀ LC ਚਲਾਉਂਦਾ। ਸੰਤ ਮਹਾਤਮਾ ਉਹ ਹੁੰਦੇ ਐ ਜਿਹੜੇ ਭਾਵੇਂ ਟੁੱਟੀ ਜਿਹੀ ਗੱਡੀ ਮਿਲ ਜੇ, ਸੰਤ ਮਹਾਤਮਾ ਉਹ ਨਹੀਂ ਹੁੰਦੇ ਜਿਹੜੇ 1.5 ਕਰੋੜ ਦੀਆਂ ਗੱਡੀਆਂ ਚੱਲਣ। ਤੁਸੀਂ ਕੱਲ TV 'ਚ ਦੇਖਿਆ ਹੋਣਾ, ਦਾਦੂਵਾਲ ਮਾਂ ਭੈਣ ਦੀਆਂ ਗਾਲਾਂ ਕੱਢਦਾ। ਸੰਤ ਮਹਾਤਮਾ ਪਿਆਰ ਸਿਖਾਉਂਦੇ ਐ। ਕਿਸੇ ਸੱਚੇ ਸੰਤ ਮਹਾਤਮਾ ਦੇ ਮੂੰਹ ਚੋਂ ਕੋਈ ਮਾੜਾ ਸ਼ਬਦ ਨਹੀਂ ਤੁਸੀਂ ਸੁਣੋਗੇ। ਤੇ ਕੱਲ ਤੁਸੀਂ TV ਸੁਣਿਆ ਕਿਵੇਂ ਮਾਂ ਭੈਣ ਦੀਆਂ ਗਾਲਾਂ ਆ ਦਾਦੂਵਾਲ ਕੱਢਦਾ ਰਿਹਾ। ਇਸ ਕਰਕੇ ਆਪਾਂ ਨੂੰ ਪਛਾਣਨ ਦੀ ਲੋੜ ਹੈ। ਹੁਣ ਨਾਲ ਮੰਡ ਹੈ, ਸੇਖੋ ਸਾਹਿਬ ਮੇਰੇ ਕੋਲੇ ਬੈਠੇ ਸੀ, ਫਿਰੋਜ਼ਪੁਰ ਦਾ ਮੰਡ ਹੈ। ਸੇਖੋ ਸਾਹਿਬ ਦੱਸਦੇ ਸੀ ਜੇ ਕਿਸੇ ਪਿੰਡ 'ਚ ਕੋਈ ਝੋਟਾ ਚੋਰੀ ਹੋ ਜਾਏ, ਕੱਟੀ ਚੋਰੀ ਹੋਏ, ਮੱਝ ਚੋਰੀ ਹੋ ਜਾਏ, ਪੁਲਿਸ ਵਾਲੇ ਸਿੱਧੇ ਮੰਡ ਦੇ ਘਰੇ ਚਲੇ ਜਾਂਦੇ, ਜੋ ਉੱਥੇ ਲੱਭ ਜਾਂਦੀ ਸੀ। ਆ ਮੇਰੇ ਕੋਲੇ ਵਿਕਰਮ ਨੇ ਗੱਲ ਕੀਤੀ ਸੀ, ਆ ਮੇਰੇ ਕੋਲੇ ਰਜਿਸਟਰੀ ਹੈ ਮੰਡ ਦੀ। ਤਕਰੀਬਨ 5 ਦਿਨ ਪਹਿਲੇ ਕਰਾਈ ਆ, 5 ਦਿਨ 11 ਤਰੀਕ ਨੂੰ, ਇਸ ਮਹੀਨੇ ਦੀ 11 ਤਰੀਕ ਨੂੰ ਮੰਡ ਨੇ 30 ਲੱਖ ਰੁਪਏ ਦੀ ਰਜਿਸਟਰੀ ਕਰਾਈ ਹੈ। 30 ਲੱਖ ਦੀ ਜ਼ਮੀਨ ਦੀ, ਆ ਮੰਡ ਦੇ ਆਪਣੇ ਨਾਂ ਤੇ ਹੈ। ਮੰਡ ਸਾਹਿਬ ਕਿੱਥੋਂ ਆਇਆ ਪੈਸਾ? ਤਾਈਓ ਮੰਡ ਕਹਿੰਦਾ ਕਿ ਅਸੀਂ ਮੋਰਚਾ ਨਹੀਂ ਚੱਕਣਾ, ਮੈਨੂੰ ਪਤਾ, ਕਿਉਂਕਿ 10 ਲੱਖ ਰੁਪਇਆ ਰੋਜ਼ ਦਾ ਇਕੱਠਾ ਹੁੰਦਾ ਹੈ। ਇਹਨਾਂ ਦਾ ਤਾਂ ਦਿਹਾੜੀ ਫੈਕਟਰੀ ਲੱਗੀ ਇਹਨਾਂ ਦੀ ਇੱਥੇ। ਜਿਹੜਾ ਲੰਗਰ ਆਉਂਦਾ ਪੱਕਿਆ ਪਕਾਇਆ ਆਉਂਦਾ, ਜਿਹੜਾ ਕੱਚਾ ਲੰਗਰ ਆਉਂਦਾ ਉਹ ਵੇਚ ਦਿੰਦੇ, ਪੈਸੇ ਇਕੱਠੇ ਕਰਨ ਲੱਗਿਆ। ਹੁਣ ਲੜੀ ਜਾਣ ਲੱਗੇ ਆ ਕਿ ਤੂੰ ਵੱਧ ਲੈ ਗਿਆ, ਤੂੰ ਘੱਟ ਲੈ ਗਿਆ। ਯਾਰ ਹੁਣ ਮੰਡ ਕਮਾਈ ਕਰੂਗਾ ਕੌਮ ਦੀ? ਹੁਣ ਦਾਦੂਵਾਲ ਵਰਗਾ ਚੋਰ ਕਰੂਗਾ ਕੌਮ ਦੀ ਕਮਾਈ? ਕੋਈ ਮਿਲਾਪ ਹੈ, ਕੋਈ ਮੇਲ ਹੈ ਸਾਹਿਬ ਪ੍ਰਕਾਸ਼ ਸਿੰਘ ਬਾਦਲ ਤੇ ਇਹਨਾਂ ਦਾ? ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੂੰ ਤੁਸੀਂ ਬੱਚਾ ਪੰਜਾਬ ਦਾ ਜਾਣਦਾ, ਤੁਸੀਂ ਜਾਣਦੇ ਹੋ, ਤੁਹਾਡੇ ਬਜ਼ੁਰਗ ਜਾਣਦੇ ਆ, ਤੁਹਾਡੇ ਘਰਾਂ 'ਚ ਬਾਦਲ ਸਾਹਿਬ ਜਾ ਕੇ ਰਹੇ ਆ। ਜੋ ਰਿਸ਼ਤਾ ਬਾਦਲ ਸਾਹਿਬ ਦਾ ਪੰਜਾਬ ਨਾਲ, ਗਰੀਬ ਨਾਲ, ਕਿਸਾਨ ਨਾਲ, ਜੋ ਬਾਦਲ ਸਾਹਿਬ ਦੀ ਸੋਚ ਹੈ, ਹੁਣ ਆ ਚੋਰ ਮੁਕਾਬਲਾ ਕਰਨਗੇ। ਤੇ ਕਹਿੰਦੇ ਦਾਦੂਵਾਲ ਦਾ ਮੈਂ ਬਿਆਨ ਸੁਣਿਆ, ਕਹਿੰਦਾ ਫਰੀਦਕੋਟ ਵਿੱਚ ਕਾਨਫਰੰਸ ਨਹੀਂ ਹੋਣ ਦੇਵਾਂਗੇ, ਸਾਡੀਆਂ ਲੱਖਾਂ ਦੀ ਸੰਗਤਾਂ ਕਾਨਫਰੰਸ ਨੂੰ ਰੋਕਣਗੀਆਂ। ਆ ਨਹਿਰ ਤੇ ਖੜੇ ਆ 15 ਟੋਟਰੂ ਜਿਹਨਾਂ ਦੇ, ਉਹ ਵੀ ਪੁਲਿਸ ਨੇ ਪੂਰੀ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਆ, ਕਿਉਂਕਿ ਆਪਣੇ ਤਾਂ ਮੁੰਡੇ ਲੱਗ ਗਏ ਸੀ ਡਾਂਗ ਲੈ ਕੇ ਉਹਨਾਂ ਦੇ ਮਗਰ। ਆ ਸਾਰੇ ਸਰਕਾਰੀ ਟੱਟੂ ਆ ਸਾਰੇ। ਆ ਸੋਚਦੀ ਹੈ ਸਰਕਾਰ ਬੁਲਾ ਲੂਗੀ, ਕਿੰਨੀ ਦੇਰ ਬਚਾ ਲੂਗੀ?
ਸਰਕਾਰ ਤਾਂ ਆ ਜਿੰਨਾ ਇਹਨਾਂ ਨੇ ਲੁੱਟਿਆ, ਜਿੰਨਾ ਇਹਨਾਂ ਨੇ ਲੁੱਟਿਆ, 1-1 ਰੁਪਏ ਦਾ ਹਿਸਾਬ ਜਨਤਾ ਨੂੰ ਦਵਾਵਾਂਗੇ। ਤੁਹਾਡੀ ਸਰਕਾਰ ਆਉਣ ਵਾਲੀ ਹੈ। ਆ ਜਿਹੜੇ ਇੱਥੇ ਬੈਠੇ ਆ, ਆ ਜਿਹੜੇ ਬੈਠੇ ਇੱਥੇ, ਜਿਹੜਾ ਦੇਸ਼ ਨੂੰ ਤੋੜਨਾ ਚਾਹੁੰਦੇ, ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਆ। ਤੁਸੀਂ ਦੇਖੋ ਹਾਲਾਤ। ਕੱਲ ਜਲੰਧਰ ਵਿੱਚ ਬੰਬ ਚੱਲਿਆ। 10 ਸਾਲ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀ ਉਦੋਂ ਤਾਂ ਚੱਲਿਆ ਨਹੀਂ ਸੀ ਕਿਤੇ, ਕਿਉਂਕਿ ਹੁਣ ਆ ਤਾਕਤਾਂ ਨੂੰ ਕੈਪਟਨ ਅਮਰਿੰਦਰ ਸਿੰਘ ਤਾਕਤ ਦੇ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ 1.5 ਸਾਲ ਹੋ ਗਏ। ਕੈਪਟਨ ਕਿਤੇ ਦਿਖਾਈ ਦਿੱਤਾ? ਮੈਂ ਕਹਿੰਦਾ ਸਭ ਤੋਂ ਨਿਖਿੱਧ ਜੇ ਕੋਈ ਬੰਦਾ, ਮੈਂ ਤਾਂ ਜੀ ਕਰਦਾ ਬੰਦਾ ਕਹਿਣ ਦੀ ਵੀ ਜੀ ਨਹੀਂ ਕਰਦਾ ਨਹੀਂ। ਬੈਠਾ ਰਹਿੰਦਾ ਮੁੱਖ ਮੰਤਰੀ ਘਰੇ, ਏਸੀ ਛੱਡ ਕੇ ਬੈਠਾ, ਕਹਿੰਦਾ ਰੈਲੀ ਰੋਕ ਲੂੰਗਾ। ਤੁਸੀਂ ਮੇਰੇ ਅਖਬਾਰ 'ਚ ਭਾਸ਼ਣ ਸੁਣਿਆ ਸੀ, ਮੇਰੀ ਰਿਪੋਰਟ ਸੁਣੀ ਸੀ, ਬਿਆਨ ਸੁਣਿਆ ਸੀ। ਮੈਂ ਕਿਹਾ ਰੈਲੀ ਬੰਦ ਕਰੂਗਾ ਹੀ ਅਕਾਲੀ ਦਲ ਉੱਥੇ ਹੀ, ਤੇ ਸਾਡੀਆਂ ਕੁਰਸੀਆਂ ਲੱਗੀਆਂ ਰਹਿਣਗੀਆਂ, ਭਾਵੇਂ ਹਫ਼ਤਾ ਲੱਗੇ 10 ਦਿਨ। ਪਰ ਮੈਂ ਧੰਨਵਾਦ ਕਰਦਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ। ਤੁਸੀਂ ਕੈਪਟਨ ਸਾਹਿਬ ਦਾ ਮੈਂ ਬਿਆਨ ਸੁਣਿਆ ਅਸੈਂਬਲੀ ਵਿੱਚ, ਤੁਹਾਡੇ ਬਜ਼ੁਰਗ ਸਾਹਿਬ ਬਾਦਲ ਸਾਹਿਬ ਦੇ ਖਿਲਾਫ ਜਿਹਦੇ ਸ਼ਬਦ ਬੋਲੇ, ਕੱਲਾ ਘਟਿਆ ਇਨਸਾਨ ਹੀ ਹੈ ਜੇ ਲਫ਼ਜ਼ ਬੋਲ ਸਕਦਾ ਹੈ। ਕੈਪਟਨ ਸਾਹਿਬ ਤੂੰ ਆਪਣਾ ਮੁਕਾਬਲਾ ਬਾਦਲ ਸਾਹਿਬ ਨਾਲ ਕਰਦਾ ਹੈ? ਸਾਹਿਬ ਬਾਦਲ ਜਨਤਾ ਦੇ ਲੀਡਰ ਹੈ, ਗਰੀਬ ਦੇ ਲੀਡਰ ਹੈ, ਕਿਸਾਨ ਦੇ ਲੀਡਰ ਹੈ। ਤੇਰੇ ਵਾਂਗੂ ਨਹੀਂ ਜਿਹੜਾ 5 ਮਿੰਟ ਧੁੱਪੇ ਨਹੀਂ ਬਹਿ ਸਕਦਾ। ਬਾਦਲ ਸਾਹਿਬ ਦੇ ਪਿਛੋਕੜ ਬਾਰੇ ਗੱਲ ਕਰਦਾ। ਕੈਪਟਨ ਸਾਹਿਬ ਤੇਰਾ ਪਿਛੋਕੜ ਸਾਨੂੰ ਪਤਾ ਹੈ, ਤੇਰੇ ਕਰੈਕਟਰ ਬਾਰੇ ਵੀ ਸਾਨੂੰ ਪਤਾ ਹੈ, ਜਿਹੜੀਆਂ ਕਰਤੂਤਾਂ ਕਰਦਾ ਉਹ ਵੀ ਪਤਾ ਹੈ। ਕੱਲੇ ਮੈਨੂੰ ਨਹੀਂ, ਸਾਰੀ ਜਨਤਾ ਪੰਜਾਬ ਨੂੰ ਪਤਾ ਹੈ। ਆਹ ਤਾਂ ਠੱਗੀ ਲੱਗ ਗਈ ਆ 17 ਚ ਇਲੈਕਸ਼ਨਾਂ ਵਿੱਚ, ਕਿਉਂਕਿ ਇਹਨਾਂ ਨੇ ਝੂਠ ਹੀ ਇੰਨਾ ਬੋਲਿਆ। ਕੈਪਟਨ ਨੇ ਤੇ ਟੋਪੀ ਵਾਲੇ ਨੇ ਰਲ ਕੇ ਉਹਨਾਂ ਨੇ ਦੇਖਿਆ ਕਿ 10 ਸਾਲ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਚੱਲ ਰਿਹਾ ਹੈ। ਇਸ ਰਾਜ ਨੂੰ ਕਿਵੇਂ ਰੋਕਿਆ ਜਾਏ, ਸ਼੍ਰੋਮਣੀ ਅਕਾਲੀ ਦਲ ਦੀ ਤਾਕਤ ਨੂੰ ਕਿਵੇਂ ਰੋਕਿਆ ਜਾਏ? ਫਿਰ ਝੂਠ ਦਾ ਇਹਨਾਂ ਨੇ ਮਾਹੌਲ ਬਣਾਉਣਾ ਸ਼ੁਰੂ ਕਰ ਦਿੱਤਾ। ਸਿਆਣੇ ਕਹਿੰਦੇ ਆ ਜੇ 1000 ਵਾਰ ਝੂਠ ਬੋਲਿਓ ਸੱਚ ਲੱਗਣ ਲੱਗ ਜਾਂਦਾ ਹੈ। ਲੋਕੀ ਗਮਰਾਹ ਹੋ ਗਏ। ਮੈਨੂੰ ਯਾਦ ਹੈ ਕੈਪਟਨ ਤੇ ਟੋਪੀ ਵਾਲੇ ਕਹਿੰਦੇ ਹੁੰਦੇ ਸੀ ਕਿ ਜਿਹੜਾ ਚਿੱਟਾ ਨਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਵੇਚਦੇ ਆ। ਮੈਂ ਕੈਪਟਨ ਨੂੰ ਪੁੱਛਣਾ ਚਾਹਣਾ, ਹੁਣ ਮੁੱਖ ਮੰਤਰੀ ਤੂੰ ਹੈ, ਤੇਰੀ ਸਰਕਾਰ ਹੈ, ਤੇਰੀ ਪੁਲਿਸ ਹੈ, ਦੱਸ ਕਿਹੜਾ ਅਕਾਲੀ ਦਲ ਦਾ ਵਰਕਰ ਹੈ ਜਿਹੜਾ ਵੇਚਦਾ ਸੀ? ਹੁਣ ਕਿਉਂ ਚੁੱਪ ਹੋਏ ਬੈਠੇ ਹੋ? ਹੁਣ ਤੱਕ ਕਿਉਂਕਿ ਠੱਗੀ ਮਰ ਗਈ, ਝੂਠੀ ਸੌਂ ਖਾਦੀ, ਗੁਟਕਾ ਸਾਹਿਬ ਤੇ ਝੂਠੀ। ਮੈਂ ਕਹਿੰਦਾ ਸਭ ਤੋਂ ਵੱਡੀ ਬੇਅਦਬੀ ਜੇ ਕੀਤੀ ਹੈ ਤਾਂ ਕੈਪਟਨ ਨੇ ਕੀਤੀ ਹੈ, ਜਿਹੜੇ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਤਖਤ ਸ੍ਰੀ ਤਲਵੰਡੀ ਸਾਹਿਬ ਤਰਫ ਮੂੰਹ ਕਰਕੇ ਸੌਂ ਖਾ ਕੇ ਮੁੱਕਰ ਜੇ। ਐਕਚੁਅਲੀ ਇਹਨਾਂ ਕਾਂਗਰਸੀਆਂ ਦੇ ਦਿਲ 'ਚ ਕੋਈ ਸਿੱਖੀ ਪ੍ਰਤੀ, ਕੋਈ ਗੁਰੂ ਪ੍ਰਤੀ ਕੋਈ ਪਿਆਰ ਸਤਿਕਾਰ ਨਹੀਂ। ਇਹਨਾਂ ਦਾ ਗੁਰੂ ਕੱਲੀ ਗਾਂਧੀ ਪਰਿਵਾਰ ਹੈ। ਅੱਜ ਜਾਖੜ ਦਾ ਤੁਸੀਂ ਬਿਆਨ ਸੁਣਿਆ ਹੋਣਾ, ਆ ਜਿਹੜਾ ਆਪਣੇ ਆਪ ਨੂੰ ਕੱਲ ਅਕਾਲ ਤਖਤ ਸਾਹਿਬ ਤੇ ਪੇਸ਼ ਹੋਇਆ। ਯਾਦ ਕਰੋ ਆ ਮੇਰੀ ਅਖਬਾਰ ਦੀਆਂ, ਮੇਰੇ ਕੋਲ ਅਖਬਾਰ ਦੀਆਂ ਸੁਰਖੀਆਂ, ਜਦੋਂ 84 ਵਿੱਚ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਦਰਬਾਰ ਸਾਹਿਬ, ਸੁਨੀਲ ਜਾਖੜ ਦੇ ਬਜ਼ੁਰਗ ਬਲਰਾਮ ਜਾਖੜ ਦਾ ਬਿਆਨ ਉਦੋਂ ਕੀ ਸੀ? ਜੇ ਸਾਨੂੰ ਭਾਰਤ ਦੀ ਅਖੰਡਤਾ ਲਈ 2 ਕਰੋੜ ਸਿੱਖਾਂ ਨੂੰ ਮਾਰਨਾ ਪਿਆ ਤੇ ਅਸੀਂ ਪਿੱਛੇ ਨਹੀਂ ਹਟਾਂਗੇ। ਆ ਬਲਰਾਮ ਜਾਖੜ ਦਾ ਬਿਆਨ। ਤੇ ਹੁਣ ਸਿੱਖੀ ਦੀ ਗੱਲ ਕਰਦੇ ਆ। ਜਦੋਂ ਮੈਂ ਅਸੈਂਬਲੀ ਵਿੱਚ ਮੈਂ ਮਤਾ ਲਿਆਂਦਾ ਕਿ ਆਪਾਂ ਸ਼ਰਧਾਂਜਲੀ ਭੇਂਟ ਕਰੀਏ
ਜਿਹੜੇ ਸਿੰਘ ਸਿੰਘਣੀਆਂ ਨੂੰ ਇਹਨਾਂ ਨੇ ਸ਼ਹੀਦ ਕੀਤਾ। ਆਈ ਜਿਹੜਾ ਸੁਨੀਲ ਜਾਖੜ ਖੜੇ ਹੋ ਕੇ ਕਹਿੰਦਾ ਨਹੀਂ ਸਰਹੰਦਲੀ ਨਹੀਂ ਭੇਟ ਹੋਣੀ ਚਾਹੀਦੀ। ਫਿਰ ਸਿੱਖੀ ਦੀ ਗੱਲ ਕਰਦੇ ਆ ਜਿਹੜਾ ਸੁੱਖੀ ਰੰਧਾਵਾ ਇਹਦੇ ਬਜ਼ੁਰਗ ਦਾ ਬਿਆਨ, ਮੈਂ ਇੰਦਰਾ ਗਾਂਧੀ ਦੇ ਅਕਾਲ ਤਖਤ ਸਾਹਿਬ ਦੇ ਹਮਲੇ ਦਾ ਸਵਾਗਤ ਕਰਦਾ। ਯਾਰ ਇੱਕ ਗੱਲ ਸੁਣੋ, ਆ ਕਾਂਗਰਸੀਆਂ ਵਾਸਤੇ ਅਕਾਲ ਤਖਤ ਸਾਹਿਬ ਹਮਲਾ ਹੋ ਜਾਏ ਕੋਈ ਪਰਵਾਹ ਨਹੀਂ, ਕੋਈ ਦੁੱਖ ਨਹੀਂ, ਹਰ ਸਿੱਖ ਨੂੰ ਦੁੱਖ, ਪਰ ਇਹਨਾਂ ਨੂੰ ਕੋਈ ਦੁੱਖ ਨਹੀਂ, ਕਿਉਂਕਿ ਇਹਨਾਂ ਦੇ ਦਿਲ 'ਚ ਕੱਲੀ ਕੋਈ ਗੱਲ ਵਸੀ ਹੈ, ਗਾਂਧੀ 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 ਗਾਂਧੀ। ਉਹ ਕਾਂਗਰਸੀਓ, ਕਿੰਨੀ ਦੇਰ ਤੁਸੀਂ ਗਾਂਧੀ ਗਾਂਧੀ ਕਰਦੇ ਰਹੋਗੇ? ਜੈ ਜੀ ਹਾਲਾਤ ਕਾਂਗਰਸ ਦੀ ਪੰਜਾਬ ਵਿੱਚ ਬਣੀ ਹੈ, ਜੈ ਜੀਆਂ ਕੈਪਟਨ ਦੀਆਂ ਕਰਤੂਤਾਂ, ਮੈਂ ਕਹਿ ਸਕਦਾ ਹੁਣ ਇਹ ਜਿਹਾ ਤੂਫਾਨ ਅੱਜ ਤੱਕ ਇਕੱਠ ਦੇ ਬਾਅਦ ਤੂਫਾਨ ਚੱਲੂਗਾ। ਅੱਜ ਇਤਿਹਾਸਿਕ ਰੈਲੀ ਹੈ, ਅੱਜ ਪੰਜਾਬ ਦੇ ਇਤਿਹਾਸ ਦੇ ਵਿੱਚ ਵੱਡਾ ਮੋੜ ਪੈ ਰਿਹਾ। ਸਾਰੀ ਤਾਕਤ ਵਰਤਣ ਤੋਂ ਬਾਅਦ ਵੀ, ਸਾਰੀ ਕਾਂਗਰਸ ਦੀ ਪੁਲਿਸ ਨੂੰ ਹੁਕਮ ਦੇਣ ਦੇ ਬਾਵਜੂਦ ਵੀ, ਸਾਰੀਆਂ ਸੜਕਾਂ ਰੋਕਣ ਦੇ ਬਾਵਜੂਦ ਵੀ ਮੇਰੇ ਬਹਾਦਰ ਸੂਰਮਿਆਂ ਨੇ ਉਹਨਾਂ ਤੂਫਾਨਾਂ ਨੂੰ ਮੋੜ ਕੇ, ਉਹਨਾਂ ਸੜਕਾਂ ਨੂੰ ਖੋਲ ਕੇ ਤੁਸੀਂ ਇੱਥੇ ਪਹੁੰਚਿਆ। ਤੁਹਾਡਾ ਦਿਲ ਦੀ ਗਹਿਰਾਈਆਂ ਤੋਂ ਤੁਹਾਨੂੰ ਧੰਨਵਾਦ ਕਰਦਾ। ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ 5 ਵਾਰ ਮੁੱਖ ਮੰਤਰੀ ਬਣੇ। ਇੱਕੋ ਇੱਕ ਸੋਚ ਸੀ, ਮੇਰੇ ਪੰਜਾਬ ਦੀ ਤਰੱਕੀ ਹੋਏ। ਤੁਸੀਂ ਜਾਣਦੇ ਹੋ ਅੱਜ ਕੱਲਾ 1.5 ਸਾਲ ਹੋਇਆ ਸਰਕਾਰ ਬਦਲੀ ਨੂੰ, ਅੱਜ 1.5 ਸਾਲ ਦੇ ਬਾਅਦ ਆ ਲੱਖਾਂ ਦਾ ਇਕੱਠ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਕਿੰਨਾ ਪਿਆਰ ਕਰਦੇ ਹੋ ਤੁਹਾਡੇ ਆਪਣੇ ਲੀਡਰ ਬਾਦਲ ਸਾਹਿਬ ਨਾਲ। ਜੋ ਬਾਦਲ ਸਾਹਿਬ ਨੇ ਕੰਮ ਕੀਤੇ ਅੱਜ ਲੋਕਾਂ ਨੂੰ ਯਾਦ ਆਉਂਦੇ ਆ। ਬਾਦਲ ਸਾਹਿਬ ਦਾ ਅਸੂਲ ਸੀ ਕਿ ਜੋ ਕਹਿਣਾ ਉਹ ਕਰਕੇ ਦਿਖਾਉਣਾ। ਜੇ ਅਸੀਂ ਕਿਹਾ ਤੁਹਾਡੇ ਬੰਬੀਆਂ ਤੇ ਟਿਊਬਲਾਂ ਦੇ ਬਿੱਲ ਮਾਫ ਹੋਣਗੇ, ਅਸੀਂ 6000 ਕਰੋੜ ਰੁਪਏ ਸਾਲ ਦਾ ਖਜ਼ਾਨੇ ਤੋਂ ਕੱਢ ਕੇ ਦਿੰਦੇ ਸੀ, ਇੱਕ ਬਿੱਲ ਨਹੀਂ ਤੁਹਾਡੇ ਕੋਲੇ ਆਉਣ ਦਿੱਤਾ। ਜੇ ਅਸੀਂ ਕਿਹਾ ਬਿਜਲੀ ਆਮੋ ਆਮ ਕਰ ਦਾਂਗੇ, 30,000 ਕਰੋੜ ਰੁਪਏ ਲਾ ਕੇ ਥਰਮਲ ਪਲਾਂਟ ਬਣਾਤੇ, ਅਸੀਂ ਕਿਹਾ ਨਹੀਂ ਕਿਹਾ ਖਜ਼ਾਨਾ ਖਾਲੀ ਹੈ। ਜੇ ਅਸੀਂ ਕਿਹਾ ਸੜਕਾਂ ਇਹ ਜੀਆਂ ਬਣਾ ਦਾਂਗੇ, ਤੁਸੀਂ ਭੰਗੜੇ ਪਾਉਂਦੇ ਆਓਗੇ। ਦੇਖੋ ਕਿਹ ਜੀਆਂ ਸੜਕਾਂ ਬਣੀਆਂ। ਤੁਸੀਂ ਹੁਣੀ ਕੋਈ ਲੋਕ ਬਠਿੰਡੇ ਤੋਂ ਆਏ ਹੋਣੇ ਆ, ਕੋਈ ਇੱਧਰਲੇ ਜੀਰੇ ਪਾਸੇ ਤੋਂ ਸੜਕਾਂ ਤੇ ਆਏ ਹੋਣੇ ਆ, ਪਤਾ ਲੱਗਦਾ ਸੜਕਾਂ ਦਾ। ਆ ਸਾਰੀ ਤੁਹਾਡੀ ਸਰਕਾਰ ਦੀ ਦੇਣ ਹੈ। ਇੱਕ ਵੀ ਚੀਜ਼ 1.5 ਸਾਲ ਚ ਨਹੀਂ ਹੋਈ। ਜੇ ਤੁਹਾਡਾ ਸ਼ਗਨ, ਕੈਪਟਨ ਸਾਹਿਬ ਤੁਸੀਂ ਗਰੀਬਾਂ ਦੇ ਸ਼ਗਨ ਬੰਦ ਕਰ ਦਿੱਤੇ, ਕੈਪਟਨ ਸਾਹਿਬ ਤੁਸੀਂ ਗਰੀਬਾਂ ਦੇ ਆਟਾ ਦਾਲ ਬੰਦ ਕਰ ਦਿੱਤਾ, ਤੁਸੀਂ ਗਰੀਬ ਜਨਤਾ ਦੇ ਪੈਨਸ਼ਨ ਬੰਦ ਕਰ ਦਿੱਤੀ, ਤੁਸੀਂ ਝੂਠ ਬੋਲ ਕੇ ਵਿਚਾਰਿਆਂ ਦਾ ਕਰਜ਼ਾ ਚੜਾ ਦਿੱਤਾ ਹੋਰ ਜ਼ਿਆਦਾ। ਮੈਂ ਕਹਿੰਦਾ ਆ ਵੀ ਇੱਕ ਬੇਅਦਬੀ ਹੈ ਜਿਹਨੇ ਐਡੇ ਵੱਡੇ ਝੂਠ ਬੋਲੇ ਹੋਣ। ਅੱਜ ਜੋ ਹਾਲਾਤ ਹੈ, ਮੈਂ ਸਾਰਿਆਂ ਨੂੰ ਆਈ ਬੇਨਤੀ ਕਰਨਾ ਚਾਹਣਾ ਕਿ ਹਾਲਾਤ ਕੀ ਹੈ। ਆ ਕੈਪਟਨ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ, ਆ ਚਾਹੁੰਦਾ ਕਿ ਇਹਦੀਆਂ ਜਿਹੜੀਆਂ ਕਮਜ਼ੋਰੀਆਂ, ਜਿਹੜੀਆਂ ਇਹਦੀਆਂ ਨਾਕਾਮੀਆਂ, ਜਿਹੜੇ ਨੇ ਝੂਠ ਬੋਲੇ ਸੀ ਤੇ ਅੱਜ ਝੂਠ ਸਾਹਮਣੇ ਆ ਗਏ ਲੋਕਾਂ ਨੂੰ, ਉਹਨਾਂ ਨੂੰ ਲੋਕਾਂ ਦੀ ਨਿਗਾਹ ਨੂੰ ਹੋਰ ਪਾਸੇ ਕਰਨ ਵਾਸਤੇ ਇਹਨੇ ਆ ਦੂਜਾ ਕੰਮ ਸ਼ੁਰੂ ਕਰਤਾ, ਠੱਗ ਜੇ ਰਣਜੀਤ ਸਿੰਘ ਕਮਿਸ਼ਨ ਦਾ ਤੇ ਹੋਰ ਇਹ ਜੇ ਟੋਡਰੂ ਦਾ। ਇਸ ਕਰਕੇ ਮੈਂ ਕੈਪਟਨ ਨੂੰ ਕਹਿਣਾ ਚਾਹੁੰਦਾ, ਪੰਜਾਬ ਦੀ ਜਨਤਾ ਤੁਹਾਡੀਆਂ ਚਾਲਾਂ ਦੇ ਸਾਰੀ ਜਾਣਦੀ ਹੈ। ਅੱਜ ਦਾ ਇਕੱਠ ਹੀ ਆ ਸਬੂਤ ਹੈ। ਕੈਪਟਨ ਸਾਹਿਬ ਤੂੰ ਕਹਿੰਦਾ ਸੀ, ਅੱਜ ਆਖੜ ਕਹਿੰਦਾ ਸੀ ਪਿੰਡਾਂ ਨਹੀਂ ਬਣ ਦੇਵਾਂਗੇ। ਆ ਦੇਖੋ ਕਿੱਡਾ ਵੱਡਾ ਇਕੱਠ ਹੈ, ਲੱਖਾਂ ਦੀ ਤਾਦਾਦ ਵਿੱਚ ਇਕੱਠ ਹੈ। ਸਾਡੇ ਆ ਬਹਾਦਰ ਸੂਰਮੇ ਕੋਈ ਡਰਨ ਵਾਲੇ ਨਹੀਂ। ਸ਼੍ਰੋਮਣੀ ਅਕਾਲੀ ਦਲ ਦਾ ਮੁਕਾਬਲਾ ਹੁਣ ਕਾਂਗਰਸੀ ਕਰਨਗੇ। 97 ਸਾਲ ਪੁਰਾਣੀ ਪਾਰਟੀ
ਸ਼੍ਰੋਮਣੀ ਅਕਾਲੀ ਦਲ ਹੈ, ਤੁਹਾਡੇ ਬਜ਼ੁਰਗਾਂ ਦੀ ਖੂਨ ਪਸੀਨੇ ਨਾਲ ਸਿੱਚੀ ਹੋਈ ਪਾਰਟੀ ਹੈ। ਸ਼੍ਰੋਮਣੀ ਅਕਾਲੀ ਦਲ ਤੁਹਾਡੇ ਬਜ਼ੁਰਗਾਂ ਦੀ ਉਹ ਪਾਰਟੀ ਹੈ ਜਿੱਦਾਂ ਤੁਹਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਬਣਾਈ ਸ਼੍ਰੋਮਣੀ ਅਕਾਲੀ ਦਲ ਹੈ। ਕਾਂਗਰਸੀਆਂ ਵਾਂਗੂ ਨਹੀਂ ਜਿਹਦਾ ਕੋਈ ਦੀਨ ਨਹੀਂ ਮਾਨ ਨਹੀਂ। ਮੈਂ ਕਾਂਗਰਸ ਨੂੰ ਦੱਸਣਾ ਚਾਹਣਾ ਐਕਟੀ ਦਾ ਤੁਸੀਂ ਬਚ ਗਏ, ਅਗਲੀ ਵਾਰ ਤੁਹਾਡੀ ਰੈਲੀ ਨਹੀਂ ਤੁਸੀਂ ਰੋਕਣ ਦੀ ਕੋਸ਼ਿਸ਼ ਨਾ ਕਰਿਓ, ਕਿਉਂਕਿ ਹਾਈ ਕੋਰਟ ਨੇ ਸਿੱਧਾ ਦੇਸ਼ ਦੇ ਦਿੱਤਾ ਤੇ ਜਿੰਨੀ ਝਾੜ ਹਾਈ ਕੋਰਟ ਨੇ ਕੈਪਟਨ ਨੂੰ ਪਾਈ ਹੈ, ਮੈਂ ਕਹਿੰਦਾ ਆ ਜਿਹੜੇ ਨੇ ਅਫਸਰਾਂ ਨੂੰ ਅਸਤੀਫਾ ਹੀ ਦੇ ਦੇਣਾ ਚਾਹੀਦਾ, ਜੈਦੀ ਝਾੜ ਪਈ ਹੈ। ਤੇ ਮੈਂ ਅਖੀਰ ਵਿੱਚ ਸਾਰੀ ਸੰਗਤਾਂ ਦਾ, ਖਾਸ ਕਰਕੇ ਜਿਹੜੇ ਤੇ ਧੁੱਪੇ ਖੜੇ ਆ ਇਧਰਲੇ ਪਾਸੇ ਤੇ ਉਧਰਲੇ ਪਾਸੇ, ਤੇ ਖਾਸ ਕਰਕੇ ਜਿਹੜੇ ਉੱਥੇ ਸੰਗਤਾਂ ਬੈਠੀਆਂ ਬਾਹਰ ਬੈਠੀਆਂ, ਤੇ ਮੈਨੂੰ ਹੁਣੀ ਪਤਾ ਲੱਗਿਆ ਘੱਟ ਤੋਂ ਘੱਟ 10-15 ਹਜ਼ਾਰ ਬੰਦਾ ਪੁਲ ਦੇ ਕੋਲੇ ਬੈਠਾ, ਕਿਉਂਕਿ ਉਹਨੇ ਰੋਕ ਲਿਆ, ਸਾਰਿਆਂ ਨੇ ਬਾਹਰ ਗੱਡੀਆਂ ਤੇ ਉੱਥੇ ਆ ਕੇ ਬਹਿ ਗਏ ਆ। ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ, ਆਪਣੀ ਸ਼੍ਰੋਮਣੀ ਅਕਾਲੀ ਦਲ ਦੀ ਫੌਜ ਹੈ ਜੀ ਹੈ ਜਿਹਦਾ ਮੈਂ ਕਹਿੰਦਾ ਕੋਈ ਵੀ ਪਾਰਟੀ ਮੁਕਾਬਲਾ ਨਹੀਂ ਕਰ ਸਕਦੀ। ਮੈਨੂੰ ਸਿਰ ਝੁਕਾ ਕੇ ਤੁਹਾਡਾ ਧੰਨਵਾਦ ਕਰਦਾ ਤੇ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਭਾਰਤੀ ਜਨਤਾ ਪਾਰਟੀ ਦੇ ਰਹਿ ਚੁੱਕੇ ਪ੍ਰਧਾਨ ਭੰਡਾਰੀ ਸਾਹਿਬ, ਮੰਚ ਤੇ ਵਿਰਾਜਮਾਨ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਸਾਹਿਬਾਨ ਤੇ ਦੂਰ ਦਰਾਜ਼ ਤੋਂ ਆਏ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਸਾਹਿਬਾਨ, ਸਭ ਨੂੰ ਪਹਿਲਾਂ ਮੈਂ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯਾਰ ਗੱਲ ਤਾਂ ਨਹੀਂ ਬਣੀ, ਫਤਿਹ ਦਾ ਤਾਂ ਜਵਾਬ ਤਾਂ ਫਤਿਹ ਜ਼ੋਰ ਦੀ ਦਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਸਭ ਤੋਂ ਪਹਿਲਾਂ ਮੈਂ ਬਾਬਾ ਫਰੀਦ ਜੀ ਦੀ ਧਰਤੀ ਤੇ ਮੱਥਾ ਟੇਕਦਾ। ਉਸ ਤੋਂ ਬਾਅਦ ਮੈਂ ਪੰਜਾਬ ਦੇ ਹਾਈ ਕੋਰਟ, ਹਰਿਆਣਾ ਹਾਈ ਕੋਰਟ ਦੇ ਮਾਨਯੋਗ ਜੱਜ ਸਾਹਿਬਾਨ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਪੰਜਾਬ ਵਿੱਚ ਲੋਕ ਰਾਜ, ਫੰਡਾਮੈਂਟਲ ਰਾਈਟਸ ਇਹਨੂੰ ਬਚਾ ਲਿਆ। ਇਸ ਫੈਸਲੇ ਦਾ ਨਤੀਜਾ ਕੀ ਹੋਣਾ ਹੈ ਕਿ ਹੁਣ ਸਰਕਾਰ ਕਿਸੇ ਵੀ ਰੈਲੀ ਤੇ ਰੋਕ ਨਹੀਂ ਲਾ ਸਕਦੀ। ਇਹ ਜਿੱਤ ਜਿਹੜੀ ਹੋਈ ਹੈ, ਇਹ ਲੋਕ ਰਾਜ ਦੀ ਹੋਈ ਹੈ, ਡੈਮੋਕ੍ਰੇਸੀ ਦੀ ਹੋਈ ਹੈ, ਤੇ ਹਾਰ ਜਿਹੜੀ ਹੈ ਉਹ ਡਿਕਟੇਟਰਸ਼ਿਪ ਤੇ ਰਜਵਾੜਾਸ਼ਾਹੀ ਦੀ ਹਾਰ ਹੋਈ ਹੈ। ਇਹ ਜਿੱਤ ਹੋਈ ਹੈ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਰਖਵਾਲਿਆਂ ਦੀ, ਤੇ ਹਾਰ ਹੋਈ ਹੈ ਉਹਨਾਂ ਲੋਕਾਂ ਦੀ ਜਿਹੜੇ ਪੰਜਾਬ ਵਿੱਚ ਭਾਈਚਾਰਕ ਸਾਂਝ ਤੇ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ। ਵੀਰੋ, ਸ਼੍ਰੋਮਣੀ ਅਕਾਲੀ ਦਲ ਉਹਨਾਂ ਰਸਤਿਆਂ ਤੇ ਚੱਲਣ ਵਾਲੀ ਹੈ ਜਿਹੜੇ ਰਸਤੇ ਸਾਨੂੰ
ख्याल सी कि जो अपना मुल्क आजाद हो गया उदों इत्थे घल्लूकारे नहीं होने, उदों इत्थे बेगुनाह लोकां नूं नहीं मारिया जाना। लेकिन वीरों, सब तो पहला जो पार्टीशन हुई, मुल्क की वंड हुई, 5 लाख पंजाबी उस शहीद हुआ। महात्मा गांधी ने कहा सी कि पार्टीशन काल ना करो, पहला बंदोबस्त करो। लेकिन कांग्रेसियों नूं लालसी कि छेती तो छेती राज मिले। गड्डियां भरियां पंजाबी बच्चियां दियां, बीबियां दियां, नौजवानों दियां पाकिस्तान चो मैं आप अखां नाल वेखियां। और भरावो, जिहड़े बहादुर लोग शहीद हो गए, घर बार छड्डते, अपनियां जमीनां छड्ड दियां देश वास्ते। उन्होंने कांग्रेसी दे उस वेले गवर्नर ने की कहा सी कि देखो ये जो लोग आज रहे हैं ये जराइम पेश है। देश भगतां नूं, देश वास्ते कुर्बानियां करने वालियां नूं जराइम पेशा दस्या गया। जमीनां ते कट ला दिते गए, व्यापार बंद हो गए उन्हां लोकां दे। ये बड़ी दुखदाई कहानी है। चाहिए तो ऐसी कि जेडे बहादुर लोग उत्थे कुर्बानी करके आए हैं उन्हां दा फिर वसेबा कर दे, ते जेड़ियां जायदादां छड्ड के आए उन्नियां तो घट्टो घट्ट रूप दिंदे, लेकिन नहीं देता। फिर वीरो, वड्डे घल्लूकारे कांग्रेस ने कीते श्री हरमंदर साहब ते, अकाल तख्त साहब ते फौजी हमला किया। दुनिया का इतिहास वेख लो, किसी भी मुल्क ने दुनिया के सब तो पवित्र स्थान ते हमला नहीं किया। ये भी कांग्रेस ने किया। और दिन भी केड़ा छाटिया जिधर श्री गुरु अर्जन देव जी महाराज का शहादती दिन। जिवें तुसीं इकट्ठे होए हो, पर करमिया भरी सी श्रद्धालुआं दी पवित्र जल जिहड़ा हरमंदर साहब का लाल कर दिता पूर्ण। श्री गुरु ग्रंथ साहब महाराज जी दी छाती विच गोलियां मारियां जिहड़े हरमंदर साहब विच विराजमान सन। कि ये लोग कहते हैं कि बेइज्जती हुई, फलाना होया, सैक्रेज होया। और यही नहीं, 84 दे कतलाम भुल जाते हो तुसी। गला च टायर पार के साड़िया गया। फौजी भरा जिहड़े ड्यूटी ते आ रहे सन उन्होंने शहीद किया। एडा वड्डा जुल्म। उत्थे एक आबादी है जिन्हों विधवा कॉलोनी कहते हैं। सारिया बीबियां विधवा हैं जिन्हां दे पति बेटे सब कुछ शहीदत करते हैं कांग्रेस राज। वीरो, मैं जिहड़े कांग्रेस पार्टी के अज मुख्यमंत्री बने हैं या मंत्री बैठे हैं जो उन्होंने सीनियर वर्कर हैं, उन्होंने पूछना चाहना कि तुसी इस पार्टी तो ओहदे लैंदे हो, तुसी ये तस्दीक करते हो कि जो कुछ होया हरमंदर साहब ते हमला होया ठीक होया, क्योंकि तुसी काली पार्टी के वर्कर हो। जो काली पार्टी करती है तुसी उस नाल सहमति होती है।
ਤੁਸੀਂ ਇਹ ਚੀਜ਼ ਦੀ ਤਸਦੀਕ ਕਰਦੇ ਹੋ ਕਿ 84 ਦਾ ਅਮਲ ਜਿਹੜਾ ਹੋਇਆ ਉਹ ਠੀਕ ਹੋਇਆ। ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੀਆਂ ਪਾਰਟੀਆਂ ਦਾ ਜਿਹੜੇ ਇਹੋ ਜਿਹੀਆਂ ਪਾਰਟੀਆਂ ਤੋਂ ਉਹਦੇ ਲੈਂਦੇ। ਇੰਨਾ ਕੁਛ ਕਰਨ ਤੋਂ ਬਾਅਦ ਸਜ਼ਾ ਕਿਸੇ ਨੂੰ ਨਹੀਂ ਮਿਲੀ। ਇੱਕ ਬੰਦਾ ਵੀ ਕੋਈ ਕਿਤੇ ਡੈਥ ਹੋ ਜਾਂਦੀ ਹੈ ਉਹਨਾਂ ਨੂੰ ਸਜ਼ਾ ਮਿਲਦੀ ਹੈ, ਤੇ ਇੰਨੀ ਵੱਡੀ ਸ਼ਹਾਦਤ ਹੋਵੇ ਕਿਸੇ ਨੂੰ ਸਜ਼ਾ ਨਾ ਮਿਲੇ। ਉਸ ਵੇਲੇ ਦੇ ਪ੍ਰਧਾਨ ਮੰਤਰੀ ਗਾਂਧੀ ਪਰਿਵਾਰ ਦੇ ਮੈਂ ਕੀ ਨਾਂ ਲਵਾਂ, ਉਹਨੂੰ ਸਿਆਣੇ ਸਿਆਣੇ ਬੰਦੇ, ਰਿਟਾਇਰਡ ਜਨਰਲ, ਰਿਟਾਇਰਡ ਜੱਜ, ਉਹਨਾਂ ਨੇ ਜਾ ਕੇ ਇਹ ਕੰਮ ਬੰਦ ਕਰਾਓ। ਇਹ ਕਿਉਂ ਹੋ ਰਿਹਾ ਹੈ? ਬੇਗੁਨਾਹ ਨੂੰ ਕਿਉਂ ਕਤਲ ਕੀਤਾ ਜਾ ਰਿਹਾ ਟਾਇਰ ਪਾ ਪਾ ਕੇ? ਕਹਿੰਦੇ ਜੇ ਬੜਾ ਦਰਖਤ ਡਿੱਗਦਾ ਹੈ ਤਾਂ ਜ਼ਮੀਨ ਹਿਲਤੀ ਹੈ। ਮੇਰਾ ਮਤਲਬ ਇਹ ਜੀ ਪਾਰਟੀ ਨਾਲ ਕਿਵੇਂ ਸੰਬੰਧ ਰੱਖ ਸਕਦੇ ਆ ਕੋਈ? ਆ ਮੈਂ ਦੂਜੇ ਵੀਰਾਂ ਦਾ ਜ਼ਿਕਰ ਨਹੀਂ ਕਰਨਾ ਚਾਹੁੰਦਾ ਜਿਨ੍ਹਾਂ ਦਾ ਪਹਿਲਾਂ ਜ਼ਿਕਰ ਹੋ ਗਿਆ। ਇਹਨਾਂ ਦਾ ਆਪਦਾ ਕੋਈ ਨੁਕਸਾਨ ਨਹੀਂ ਹੁੰਦਾ। ਮਾਨ ਸਾਹਿਬ ਦਾ ਕੋਈ ਨੁਕਸਾਨ ਹੋਇਆ? ਕਿੰਨੀਆਂ ਸ਼ਹਾਦਤਾਂ ਹੋਈਆਂ ਆਪਣੀਆਂ 15 ਸਾਲ ਵਿੱਚ, ਕਿੰਨੇ ਨੌਜਵਾਨ ਬੱਚੇ ਮਾਰੇ ਗਏ, ਕਿੰਨਾ ਖੂਨ ਡੁੱਲਿਆ। ਇਹ ਜਿਹੜੇ ਅੱਗ ਲਾਉਣ ਵਾਲੇ ਆ ਇਹ ਭਾਂਬੜ ਮਚਾ ਕੇ ਆਪ ਪਿੱਛੇ ਹੋ ਜਾਂਦੇ। ਮੇਰੀ ਤੁਹਾਡੇ ਕੋਲ ਇਹੀ ਬੇਨਤੀ ਹੈ, ਕਿਉਂਕਿ ਜੇ ਪਬਲਿਕ ਕਿਤੇ ਗਲਤੀ ਕਰਦੀ ਹੈ ਤਾਂ ਨੁਕਸਾਨ ਪਬਲਿਕ ਦਾ ਹੀ ਹੁੰਦਾ। ਇਹ ਲੋਕਾਂ ਦੀ ਵੀ ਸ਼ਨਾਖਤ ਕਰੋ। ਅੱਜ ਇਹੀ ਦੋ ਤਾਕਤਾਂ ਜਿਹੜੀਆਂ ਨੇ ਪਹਿਲਾਂ ਪੰਜਾਬ ਦਾ ਬੁਰਾ ਹਾਲ ਕੀਤਾ ਸੀ, ਲਹੂ ਲੁਹਾਨ ਕੀਤਾ ਸੀ, ਅੱਜ ਉਹ ਦੋਵੇਂ ਤਾਕਤਾਂ ਇਕੱਠੀਆਂ ਹੋ ਗਈਆਂ। ਇਹਨਾਂ ਦੀਆਂ ਮੀਟਿੰਗਾਂ ਹੁੰਦੀਆਂ, ਮੰਤਰੀ ਮੰਡਲ ਦੇ ਵਜ਼ੀਰ ਇਹਨਾਂ ਨੂੰ ਮਿਲਦੇ ਆ, ਜਾ ਕੇ ਉੱਥੇ ਮਿਲਦੇ ਆ। ਇਹ ਖੈਰ ਨਹੀਂ ਪੰਜਾਬ ਦੀ। ਇਸ ਕਰਕੇ ਭਰਾਵੋ, ਜੇ ਸ਼ੇਸ਼ ਸੂਬੇ ਵਿੱਚ ਅਮਨ ਸ਼ਾਂਤੀ ਨਾ ਰਹੀ, ਭਾਈਚਾਰਕ ਸਾਂਝ ਨਹੀਂ ਰਹੀ, ਤਾਂ ਸੂਬਾ ਤਬਾਹ ਹੋ ਜਾਏਗਾ। ਆਪਾਂ 100 ਸਾਲ ਪਿੱਛੇ ਚਲੇ ਗਏ। ਜੇ ਉਹ ਸਮਾਂ ਆਪਣੇ ਤੇ ਨਾ ਆਉਂਦਾ ਤਾਂ ਆਪਾਂ ਦੁਨੀਆ ਤੋਂ ਸਭ ਤੋਂ ਪਹਿਲੇ ਨੰਬਰ ਤੇ ਹੋਣੇ ਸੀ। ਇਸ ਲਈ ਮੇਰੀ ਤੁਹਾਡੇ ਕੋਲ ਇਹ ਬੇਨਤੀ ਹੈ ਕਿ ਤੁਸੀਂ ਬਹੁਤ ਵੱਡਾ ਇਕੱਠ ਕੀਤਾ। ਮੈਨੂੰ ਪੰਜਾਬ 'ਚ ਹੀ ਕਾਨਫਰੰਸ ਤੇ ਜਾਣ ਦਾ ਮੌਕਾ ਨਹੀਂ ਮਿਲਦਾ, ਬਲਕਿ ਬਾਹਰਲੇ ਸੂਬਿਆਂ 'ਚ ਵੀ ਮੈਂ ਜਾ ਕੇ ਬਹੁਤ ਕਾਨਫਰੰਸਾਂ ਇਸ ਤਰ੍ਹਾਂ ਦੀਆਂ ਦੇਖੀਆਂ। ਆਲ ਇੰਡੀਆ ਕਾਨਫਰੰਸਾਂ ਵੀ ਦੇਖੀਆਂ, ਪਰ ਫਰੀਦਕੋਟ ਵਾਲਿਓ ਤੁਸੀਂ ਸਾਰੇ ਰਿਕਾਰਡ ਮਾਤ ਕਰ ਦਿੱਤੇ। ਸੁਖਬੀਰ ਇਹਨਾਂ ਨੂੰ ਗੋਲਡ ਮੈਡਲ ਦੇਣਾ ਚਾਹੀਦਾ। ਅੱਜ ਜਿਵੇਂ ਹੁਣ ਏਸ਼ੀਆ ਦੀਆਂ ਖੇਡਾਂ ਹੋਈਆਂ ਨਾ, ਗੋਲਡ ਮੈਡਲ, ਇਹ ਬਹੁਤ ਵੱਡਾ ਤੁਸੀਂ ਇੱਕ ਯੋਗਦਾਨ ਪਾਇਆ, ਔਰ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਮਾਰੀ ਹੈ ਜਿਹੜੇ ਸਾਨੂੰ ਨਿੰਦੇ ਸਨ। ਮੈਂ ਉਸ ਗੱਲ 'ਚ ਨਹੀਂ ਜਾਣਾ ਚਾਹੁੰਦਾ। ਇੱਕ ਤਾਂ ਰਣਜੀਤ ਸਿੰਘ ਕਮਿਸ਼ਨ ਦਾ ਨਾਂ ਹੀ ਨਾ ਲਿਆ ਕਰੋ। ਐਵੇਂ ਲੋਕ ਇਹਨਾਂ ਦਾ ਮਨ ਕੀ ਹੈ ਕਿ ਜਿਹੜੇ ਵਾਅਦੇ ਇਹਨਾਂ ਨੇ ਕਾਂਗਰਸ ਨੇ ਕੀਤੇ ਹੈ ਉਹਨਾਂ ਵੱਲੋਂ ਧਿਆਨ ਪਾਸੇ ਕਰਵਾ ਦਿੱਤਾ ਜਾਵੇ ਫੇਲਿਅਰ ਤੋਂ, ਤੇ ਆਏ ਜੇ ਝਗੜੇ ਵਗੜਿਆਂ 'ਚ ਲੋਕਾਂ ਨੂੰ ਉਲਝਾਇਆ ਜਾਵੇ। ਵੀਰੋ, ਮੈਨੂੰ ਪਤਾ ਹੈ ਕਿ ਇਸ ਤਰ੍ਹਾਂ ਦੀ ਲੜਾਈ ਵਿੱਚ ਸ਼ਹਾਦਤਾਂ ਵੀ ਦੇਣੀਆਂ ਪਈਆਂ, ਅਮਨ ਸ਼ਾਂਤੀ ਵਾਸਤੇ ਸ਼ਹਾਦਤਾਂ ਵੀ ਦੇਣੀਆਂ ਪੈਣੀਆਂ। ਅੱਜ ਇੱਕ ਬੰਦਾ ਫੜਾ ਗਿਆ, ਉਹਦੇ ਕੋਲੇ ਪਿਸਤੌਲ ਸੀ। ਮੈਂ ਪ੍ਰੈਸ ਇਹਨਾਂ ਨੂੰ, ਪੁਲਿਸ ਵਾਲਿਆਂ ਨੂੰ ਆਖਾਂਗਾ ਕਿ ਅਖਬਾਰ 'ਚ ਦੱਸ ਦੇਣ
कि बादल ते या सुखबीर ते हमला कर। मैं अज खड़ा होकर दखन लग्या कि जे मेरी शहादत नाल सुखबीर की शहादत नाल पंजाब विच अमन शांति रह सकती, असीं तैयार हां। जिथे किते भी वो आखण जे इन्ना अगे पंजाब दा खून डुलिया तो हुण डुल जाएगा तो की फर्क पैंदा। तुसीं देखो भी 3 इंदिरा गांधी गांधी परिवार दे 3 मुख मंत्री हुए, प्रधानमंत्री। पंडित जवाहरलाल नेहरू जी, मैं किसी की शख्सियत की सब का सत्कार करता, मैं किसी शख्सियत नहीं, पर उस वेले साडे नाल की होया? बोली के आधार से सूबे बनने सन। आपां नहीं कहा कि बोली के आधार से सूबे बनाओ, उन्होंने ऐलान किया कि असीं बोली के आधार से सूबे बनावांगे ते एक बोली वाले, एक कल्चर वाले, एक ख्याल वाले लोग अपना सूबा बना के तरक्की कर सकते। लेकिन पंजाब नूं जवाब देता, और पता की क्या पंडित जी ने कि पंजाबी सूबा मेरी लाश ते बनेगा, और जिहड़े लोग पंजाबी सूबा मनते हैं इन्हां दे दिमाग च रह जाएगा। कितनी बेइंसाफी है। पर तुसी बहादुर हो, तुसी कुर्बानियां करके अपना हक लिया, लेकिन वो अधूरा पंजाबी सूबा। राजधानी भी थोड़ी खोली, पंजाबी बोलते इलाके भी नहीं देते। फिर इंदिरा गांधी आ गई, उसने जो कुछ किया थोड़े सामने, पानी भी अपना खोलिया। आ नहर जाती है थोड़े को, किहदा पानी है पता थानू कि नहीं? ये थोड़ा पानी है। ये एक असूल है रपेरियन राइट का कि जिथे कोई दरिया वगते होण उहदा मालक उही सूबा, पानी भी खोले। राजधानी भी सानू दिती, पंजाबी बोलते इलाके भी दिते। ते सब तो वड्डी गल की थी जिहड़ी इंतहा, वो मैं दस चुकिया कि हरमंदर साहब ने हमला किया, अकाल तख्त सब ढाटेरी करते, और भराओ 84 भी वो बेटे ने ही एक कतलाम कराया। 84 किन्ने प्रधानमंत्री इंदिरा गांधी परिवार के जिहड़े होए वो थोड़े जालम है। अज एक कांग्रेसी उन्होंने माता जी, उन्होंने बापू जी, किसी ने कुछ कहते। ये सारिया गल्लां समझो कि दुश्मन कौन है, मित्र कौन है। और असी थोड़े हक दिवाउण वास्ते जे वड्डियां लड़ाइयां लड़ियां, भावें एमरजेंसी की लड़ाई सी, भावें गुरुद्वारा साहबान की लड़ाई सी, एक चीज ते तुहानू बाखबर करदा कि जिन्नियां सरकार आईयां वो थोड़े गुरधामां ते कब्जा करना चाहती। अंग्रेजा ने भी ये किया, कांग्रेस ने। मैं 70 साल का सियासत, मैनू हर चीज का पता। पहला तो इन्होंने अपने मुकाबले इलैक्शन लड़े, हार गए। फिर इन्होंने किसी ने सलाह दी कि गुरुद्वारा प्रबंधक कमेटी तोड़ दो, बोर्ड बना दो, भी ना बना सके। फिर अमरिंदर सिंह ने, थोनू ये याद नहीं, गल्लां आपां भुल जाने आ, जो पहला चीफ मिनिस्टर सी, मन बना लिया कि गुरुद्वारा दे कब्जा करना, साडे मैंबरां नूं डराया, धमकाया। असी सारे श्रोमणी कमेटी के मैंबर हरियाणे च लै गए, फिर दिल्ली लै गए, फिर हवाई जहाज से लैके उन्होंने गुरुद्वारा इलैक्शन तक पहुंचाया। वो भी लंबी कहानी। हुण भी वीरो इन्हां दे मन च है। असैंबली विच जिहड़ा सिद्धू है उन्हें कहा रंधावे नूं, तकड़े हो जाओ, हुण आपां गुरुद्वारा ते कब्जा कर। गुरुद्वारे ते क्यों सरकारां कब्जा करना चाहुंदियां है? क्योंकि शक्ति दे सोमे है, भक्ति दे सोमे है, और आपां इत्थों शक्ति लैके जिहड़ी लड़ाई लड़दे आ वड्डी तो वड्डी ताकत पा रहे।
ਇਹ ਤਾਕਤ ਦੇ ਸੋਮਿਆਂ ਨੂੰ ਵੀ ਆਪਣੇ ਕਬਜ਼ੇ ਕਰਨਾ ਚਾਹੀਦਾ। ਅਕਾਲ ਤਖਤ ਸਾਹਿਬ ਵਰਗੀ ਪਵਿੱਤਰ ਸਥਾਨ ਨੂੰ ਰਣਜੀਤ ਸਿੰਘ ਨੇ ਜੱਜ ਨੇ ਲਿਖਿਆ ਕਿ ਅਕਾਲ ਤਖਤ ਤਾਂ ਕੋਈ ਹੈ ਹੀ ਨਹੀਂ, ਇਹ ਤਾਂ ਕੋਈ ਨਾ ਹੀ ਨਹੀਂ ਕਨਸਟੀਟਿਊਸ਼ਨ 'ਚ। ਇਸ ਕਰਕੇ ਭਰਾਵੋ ਇਹ ਸੱਚਾਈ ਜਿਹੜੀ ਹੈ ਪਿੰਡ ਪਿੰਡ ਦੱਸੋ। ਸਾਨੂੰ ਕੋਈ ਪਰਵਾਹ ਨਹੀਂ, ਨਾ ਅਸੀਂ ਕਿਸੇ ਤੋਂ ਡਰਦੇ ਆ ਨਾ ਡਰਾਉਂਦੇ ਆ। ਜੇ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਗਲੀ ਮੋਰੀ ਆਓ, ਇਹ ਵੀ ਸਾਨੂੰ ਸਿੱਖਾਂ ਨੂੰ ਆਖਿਆ ਹੈ। ਇਸ ਕਰਕੇ ਭਰਾਓ ਸਾਨੂੰ ਇਹ ਜਿਹੜੇ ਪਿਸਤੌਲ ਲਈ ਫਿਰਦੇ ਆ, ਕੋਈ ਨਹੀਂ, ਜਿੰਨਾ ਦੀ ਜ਼ਿੰਦਗੀ ਹੈ ਉਹਨਾਂ ਚ ਰਹਿ, ਤੇ ਨਹੀਂ ਤਾਂ ਜਦੋਂ ਵਾਹਿਗੁਰੂ ਲੈ ਜਾਣਾ ਲੈ ਜਾਊਗਾ, ਸਾਨੂੰ ਕੋਈ ਪਰਵਾਹ ਨਹੀਂ। ਪਰ ਅੱਜ ਮੈਂ ਇਸ ਪਵਿੱਤਰ ਸਥਾਨ ਤੇ ਲੋਕਾਂ ਨੂੰ ਵਾਅਦਾ ਕਰਦਾ ਕਿ ਅਮਨ ਸ਼ਾਂਤੀ ਭਾਈਚਾਰਕ ਸਾਂਝ ਜਿਹੜੀ ਹੈ ਹਰ ਕੀਮਤ ਤੇ ਪੰਜਾਬ 'ਚ ਬਹਾਲ ਕਰਨੀ ਕਰਾਂਗੇ, ਭਾਵੇਂ ਜਿੰਨੀ ਵੀ ਕੁਰਬਾਨੀ ਦੇਣੀ ਪਈ ਦੇਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।